ਇੱਥੇ ਲੋਕੀ ਹੀਰੇ ਤੇ ਲਾਲ ਵੇਚ ਦਿੰਦੇ, ਇਹ ਭੁੱਖਾਂ ਦੇ ਮਾਰੇ ਆਪਣੇ ਬਾਲ ਵੇਚ ਦਿੰਦੇ। ਜਿਸ ਥਾਂ ਵਿਕਦਾ ਦੀਨ ਤੇ ਈਮਾਨ, ਉਹ ਹੈ ਸਾਡਾ ਪਾਕਿਸਤਾਨ। ਦੋ ਗੱਲਾਂ ਤੁਹਾਨੂੰ ਮੈਂ ਦੱਸਣੀਆਂ ਨੇ। ਅੱਛਾ, ਇੱਕ ਗੱਲ ਤਾਂ ਇਹ ਹੈ ਕਿ ਅਗਰ ARY, ਜੀਓ ਨਿਊਜ਼, ਐਕਸਪ੍ਰੈਸ ਨਿਊਜ਼, ਦੁਨੀਆ ਨਿਊਜ਼ ਸੁਣੀਏ ਤਾਂ ਲੱਗਦਾ ਕਿ ਖਾਨ ਨੂੰ ਜਿਹੜਾ ਨਾ ਫਾਂਸੀ ਹੋਣ ਲੱਗੀ ਹੈ ਤੇ ਕੁਛ ਹੀ ਦਿਨਾਂ 'ਚ ਹੋ ਜਾਣੀ, ਤੇ ਬੜੀ ਪਰੇਸ਼ਾਨੀ ਦਾ ਆਲਮ ਬਣਦਾ ਹੈ ਤੇ ਬਹੁਤ ਕੁਛ ਜਿਹੜਾ ਨਾ ਦਿਖਾਇਆ ਜਾਂਦਾ ਹੈ। ਤੇ ਜੇ ਅਗਰ PTI ਦੇ ਪੇਜਸ ਨੂੰ ਵੇਖ ਲਈਏ, ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੇਖ ਲਈਏ, ਤਾਂ ਇੱਦਾਂ ਲੱਗਦਾ ਕਿ ਅਗਲੇ ਘੰਟੇ ਵਿੱਚ ਇਮਰਾਨ ਖਾਨ ਨੇ ਰਿਹਾ ਹੋ ਜਾਣਾ। ਅੱਛਾ, ਤੀਸਰੀ ਹੁਣ ਜਿਹੜੀ ਗੱਲ ਹੈ, ਉਹ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵੀ ਮੈਦਾਨ ਦੇ ਵਿੱਚ ਨੇ। ਉਹਨਾਂ ਕੋਲੋਂ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਹੈ ਕਿ ਜਦੋਂ ਚਾਹੁੰਦੇ ਨੇ ਉਹ ਜਿਹੜਾ ਨਾ ਕਾਬਲੇ ਕੱਸ ਕੇ ਮੈਦਾਨ 'ਚ ਆ ਜਾਂਦੇ ਨੇ। ਉਹ ਜਨਾਬ ਪਹਿਲੇ ਆਪਣਾ ਭਰਮ ਬਣਾਉਂਦੇ ਨੇ, ਇੱਕ ਪੂਰੀ ਪ੍ਰੋਪਰ ਫੌਜ ਤਿਆਰ ਕੀਤੀ ਹੋਈ ਹੈ ਮੌਲਾਨਾ ਨੇ। ਉਸ ਫੌਜ ਨੂੰ ਤਿਆਰ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ ਦਸਤੇ ਵਿਖਾ ਕੇ, ਤੇ ਫਿਰ ਜਦੋਂ ਆਪਣੀ ਗੱਲ ਮਨਵਾਣੀ ਹੁੰਦੀ ਹੈ ਉਹਨਾਂ ਨੂੰ ਇਸਲਾਮਾਬਾਦ ਦਾ ਰੁਖ ਕਰਵਾ ਲੈਂਦੇ ਨੇ। ਆਹ ਹੁਣ ਮਦਾਰਸ ਬਿੱਲ ਵਾਲਾ ਜਿਹੜਾ ਗੱਲ ਤਾਂ ਉਹਨਾਂ ਦੀ ਵੀ ਠੀਕ ਹੈ ਕਿ ਮਦਾਰਸ ਨੂੰ ਰਜਿਸਟ੍ਰੇਸ਼ਨ ਉਹਨਾਂ ਨੂੰ ਕੀਤੀ ਜਾਵੇ, ਰਜਿਸਟਰ ਕੀਤਾ ਜਾਏ, ਇਹਨਾਂ ਨੂੰ ਬੇਯਾਰੋ ਮਦਦਗਾਰ ਨਾ ਛੱਡਿਆ ਜਾਏ। ਤੁਸੀਂ ਲਾਰਡ ਮੈਕਾਲੇ ਦੀ ਤਾਲੀਮ ਦੇ ਪਿੱਛੇ ਲੱਗ ਕੇ ਸਾਰਿਆਂ ਨੂੰ ਬਾਂਦਰ ਬਣਾ ਦਿੱਤਾ ਹੈ, ਪੂਰੀ ਕੌਮ ਬਾਂਦਰ ਬਣ ਗਈ ਹੈ, ਤੇ ਅੱਗੋਂ ਮਜ਼ੀਦ ਬਾਂਦਰ ਨਾ ਬਣਾਓ। ਚਲੋ ਮਦਰਸਿਆਂ ਦੀ ਤਾਲੀਮ ਨੂੰ ਜ਼ਰਾ ਬਿਹਤਰ ਕਰ ਲਓ ਤੇ ਲੋਕ ਸ਼ਾਇਦ ਉਹਨਾਂ ਦਾ ਅਖਲਾਕੀ ਸ਼ਊਰ ਜਾਗ ਪਵੇ। ਇਹ ਗੱਲ ਤੇ ਇੱਕ ਸਾਈਡ ਤੇ ਰਹਿ ਗਈ। ਮੈਂ ਅੱਜ ਦੇ ਦਿਨ ਤੱਕ ਇਹ ਸਮਝਦਾ ਰਿਹਾ ਕਿ ਸਾਡਾ ਜਿਹੜਾ ਫੌਜੀ ਅਦਾਰਾ ਹੈ ਉਹ ਬੜਾ ਵੈਲ ਸੈਟਲ ਤੇ ਬੜੇ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨ ਨੇ। ਲੇਕਿਨ ਜਨਰਲ ਫੈਜ਼ ਹਮੀਦ ਦੇ ਕੇਸ ਖੁੱਲ੍ਹਣ ਤੋਂ ਬਾਅਦ ਥੋੜੀ ਜਿਹੀ ਪਰੇਸ਼ਾਨੀ ਇਹ ਹੋਣ ਲੱਗੀ ਹੈ ਕਿ 25 ਸਾਲ ਇੱਕ ਬੰਦਾ ਸਰਵਿਸ ਆਪਣੀ ਪੂਰੀ ਕਰ ਰਿਹਾ ਹੈ। ਸਰਵਿਸ ਪੂਰੀ ਕਰਨ ਤੋਂ ਬਾਅਦ ਤੁਸੀਂ ਆਖੋ ਵੀ ਗਰਦਾਰ ਹੈ, ਤੇ ਫਿਰ ਅਸੀਂ ਕੀ ਕਹੀਏ? ਅਸੀਂ ਤੇ ਇਸ ਵਜ੍ਹਾ ਤੋਂ ਖੁਸ਼ ਸਾਂ कि सब दुश्मनाने वतन मेरी नींद ले गए, मैं जागता हूँ वतन के आराम के लिए। ਅਸੀਂ ਤਾਂ ਇਸ ਵਜ੍ਹਾ ਤੋਂ ਖੁਸ਼ ਹਾਂ ਵੀ ਸਾਡੀ ਫੌਜ ਬੜੀ ਐਕਟਿਵ ਹੈ। ਚਲੋ ਕੁਛ ਨਹੀਂ ਹੁੰਦਾ, ਛੋਟੇ ਮੋਟੇ ਮਾਮਲਾ ਤਨਕੀਦ ਲੋਕ ਕਰਦੇ ਰਹਿੰਦੇ ਨੇ, ਲੇਕਿਨ ਫੌਜ ਸਾਡੀ ਬਹਾਦਰੀ ਵਿੱਚ ਪਹਿਲੇ ਨੰਬਰ ਤੇ। ਲੇਕਿਨ ਜਦੋਂ ਇੱਕ ਇੰਨਾ ਰੈਂਕ ਕ੍ਰਾਸ ਕਰਨ ਤੋਂ ਬਾਅਦ ਔਰ ਇੱਕ ਬੰਦਾ ਤੁਹਾਡੇ ਕੋਲ ਬੜੀ ਹੈਵੀ ਪੋਸਟ ਤੇ, ਉਹ DGISI ਰਹਿ ਗਿਆ, ਉਹ ਲੈਫਟੀਨੈਂਟ ਕਰਨਲ ਰਿਹਾ, ਉਹ ਜਿਹੜਾ ਸਭ ਤੋਂ ਪਹਿਲੇ ਤਾਂ ਉਹਨੇ ਸੈਕੰਡ ਲੈਫਟੀਨੈਂਟ ਤੋਂ ਸ਼ੁਰੂ ਹੋਇਆ ਹੋਏਗਾ, ਫਿਰ ਲੈਫਟੀਨੈਂਟ ਆਇਆ ਹੋਏਗਾ, ਉਸ ਤੋਂ ਬਾਅਦ ਕੈਪਟਨ ਹੋਏਗਾ, ਮੇਜਰ ਹੋਏਗਾ। ਇੰਨੀਆਂ ਪੋਸਟਾਂ ਕ੍ਰਾਸ ਕਰਨ ਤੋਂ ਬਾਅਦ ਕਿਆ ਤਰਬੀਅਤ ਤੇ ਫਿਰ ਸ਼ੱਕ ਕੀਤਾ ਜਾਏ? ਅਗਰ ਗੱਦਾਰੀ ਦੇ ਹੁਣ ਇਲਜ਼ਾਮਾਤ ਲੱਗ ਰਹੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਫਿਰ ਸਵਾਲ ਉੱਠਦਾ ਹੈ ਕਿ ਸਾਡਾ ਫਿਰ ਇਹ ਸ਼ੋਭਾ ਵੀ ਉਸ ਤਰ੍ਹਾਂ ਵੈਲ ਸੈਟਲ ਨਹੀਂ ਕਿ 25 ਸਾਲ ਤੋਂ ਬਾਅਦ ਵੀ ਅਗਰ ਪਤਾ, ਇਹ ਹੁਣ ਪਤਾ ਚੱਲ ਰਿਹਾ ਕਿ ਇੱਕ ਬੰਦਾ ਗੱਦਾਰ ਹੈ। ਜੇ ਅਗਰ ਉਹ ਗੱਦਾਰ ਸੀ ਤਾਂ ਸ਼ੁਰੂ 'ਚ ਪਤਾ ਹੋਣਾ ਚਾਹੀਦਾ ਸੀ, ਕੱਢ ਕੇ ਸਾਈਡ ਤੇ ਮਾਰ ਦੇ। ਅੱਛਾ, ਫਿਰ ਉਹਨੂੰ ਨਾਲ ਅਟੈਚ ਕੀਤਾ ਜਾ ਰਿਹਾ ਹੈ ਕਿ ਅਗਰ ਜਨਰਲ ਫੈਜ਼ ਹਮੀਦ ਨੂੰ ਫਾਂਸੀ ਹੁੰਦੀ ਹੈ ਤਾਂ ਨਾਲ ਇਮਰਾਨ ਖਾਨ ਨੂੰ ਵੀ ਹੋਏਗੀ। ਇਮਰਾਨ ਖਾਨ ਨੂੰ ਫਾਂਸੀ ਕਿਹੜੀ ਚੀਜ਼ ਦੀ ਹੋਏਗੀ? ਅੱਛਾ, ਗੱਲ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ, ਲੇਕਿਨ 70 ਸਾਲ ਤੋਂ ਬਾਅਦ ਹੁਣ ਕੌਮ ਨੂੰ ਫੁੱਦੂ ਬਣਾਉਣਾ ਛੱਡ ਦਿਓ, ਬੰਦ ਕਰੋ, ਕੋਈ ਵਾਜ਼ੇ ਪਾਲਿਸੀ ਲੈ ਕੇ ਆਓ। ਅਗਰ ਇਹ ਸਿਸਟਮ ਨਹੀਂ ਕਾਮਯਾਬ ਹੁੰਦਾ ਤਾਂ ਕੋਈ ਹੋਰ ਸਿਸਟਮ ਅਪਲਾਈ ਕਰ ਲਓ। ਕੈਪੀਟਲਿਜ਼ਮ ਹੈ, ਸਰਮਾਇਆਦਾਰਾਨਾ ਨਿਜ਼ਾਮ ਹੈ, ਵੀ ਇਹਦੇ ਵਿੱਚ ਨਹੀਂ ਅਗਰ ਸਰਵਾਈਵ ਹੋ ਰਿਹਾ, ਸਾਡੀ ਮਈਸ਼ਤ ਡੇ ਬਾਏ ਡੇ ਜਿਹੜੀ ਹੈ ਨਾ ਉਹ ਕਮਜ਼ੋਰੀ ਦੀ ਤਰਫ ਜਾ ਰਹੀ ਹੈ, ਗੁਰਬਤ ਦੀ ਸ਼ਰ੍ਹਾਂ ਵੱਧ ਰਹੀ ਹੈ, ਹਰ ਹੁਕੂਮਤ ਆ ਕੇ ਕੋਈ ਨਵਾਂ ਲੋਲੀਪੌਪ ਛੱਡ ਦਿੰਦੀ ਹੈ। ਤੁਸੀਂ ਹੋਰ ਕਮਿਊਨਿਜ਼ਮ ਦੇਖ ਲਵੋ, ਸੋਸ਼ਲਿਜ਼ਮ ਦੇਖ ਲਵੋ, ਹੋਰ ਕੁਛ ਨਹੀਂ। ਤੁਸੀਂ ਚਲੋ ਮੌਲਵੀਆਂ ਦੇ ਹੱਥੇ ਦੇ ਦਿਓ ਹੁਕੂਮਤ, ਉਹ ਖਿਲਾਫਤ ਦਾ ਨਿਜ਼ਾਮ ਚਲੋ ਕਾਇਮ ਕਰ ਲੈਣ। ਹੋ ਸਕਦਾ ਹੈ ਕਿ ਗਰੀਬ ਦਾ ਕੋਈ ਸਹਾਰਾ ਬਣ ਸਕੇ। ਗਰੀਬ ਦਾ ਕੋਈ ਸਹਾਰਾ ਨਹੀਂ। ਹਰ ਜਮਾਤ ਆਉਂਦੀ ਹੈ, ਗਰੀਬਾਂ ਦੇ ਬੰਦੇ ਮਰਵਾ ਕੇ ਵਾਪਸ ਚਲੀ ਜਾਂਦੀ ਹੈ। ਗਰੀਬ ਉੱਦਾਂ ਹੀ ਪਿੱਟ ਰਿਹਾ, ਕਿਸਾਨ ਉਵੇਂ ਹੀ ਪਿੱਟ ਰਿਹਾ, ਕੋਈ ਖੁਸ਼ਹਾਲ ਨਹੀਂ ਹੋ ਰਿਹਾ। ਖੁਸ਼ਹਾਲੀ ਇਹ ਜਿਹੜੇ ਸ਼ਾਹੀ ਹੁਕਮਰਾਨ ਨੇ ਨਾ, ਇਹ ਪ੍ਰੋਟੋਕੋਲ, VIP ਗੱਡੀਆਂ ਤੇ ਜਨਾਬ ਸ਼ਸ਼ਕਾ, ਇਹ ਚੀਜ਼ਾਂ ਇਹਨਾਂ ਨੂੰ ਸਿਰਫ ਹੈ, ਇਹਨਾਂ ਵਾਸਤੇ ਖੁਸ਼ਹਾਲੀ ਹੈ। ਸਾਡੇ ਵਾਸਤੇ ਕਾਹਦੀ ਖੁਸ਼ਹਾਲੀ ਹੈ? ਖੁਦਾ ਦੀ ਕਸਮ, ਡਿਗਰੀਆਂ ਹੱਥ 'ਚ ਫੜ ਕੇ ਨੌਕਰੀਆਂ ਨਹੀਂ ਹੈਗੀਆਂ। PhD ਕਰਕੇ, MPhil ਕਰਕੇ ਵਾਲ ਚਿੱਟੇ ਹੋ ਗਏ। ਅੱਲਾ ਦੀ ਕਸਮ, ਸਾਡਾ ਪਾਕਿਸਤਾਨੀ ਸਟੂਡੈਂਟ ਵਿਚਾਰਾ ਰੁਲ ਗਿਆ। ਹੁਣ ਤੇ ਉਹ ਇਸ ਨਹਿਜ ਤੇ ਆ ਗਿਆ ਕਿ ਸੋਚ ਰਿਹਾ ਹੈ ਕਿ ਚਲੋ ਕੋਈ ਡੰਕੀ ਲਾ ਕੇ ਵੀ ਅਗਰ ਕਿਤੇ ਆਰ ਪਾਰ ਹੁੰਨੇ, ਵੈਸੇ ਤਾਂ ਭੁੱਖ ਨਾਲ ਮਰ ਰਹੇ ਆ, ਚਲੋ ਡੰਕੀ ਲਾ ਕੇ ਅਗਰ ਬਚ ਗਿਆ ਤਾਂ ਉੱਥੇ ਜਾ ਕੇ ਕਮਾਉਣਾ ਸ਼ੁਰੂ ਕਰ ਦਿਆਂਗੇ, ਨਹੀਂ ਤਾਂ ਪੈਸੇ ਕੋਈ ਨਹੀਂ ਹੈ ਬਾਹਰ ਜਾਣ ਵਾਸਤੇ। ਵਸਲਾਮ।